ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਊਚੀ ਅਪਾਰ ਬੇਅੰਤ ਸੁਆਮੀ ਊਚੀ ਅਪਾਰ ਬੇਅੰਤ ਸੁਆਮੀ ਊਚੇ ਅਪਾਰ ਬੇਅੰਤ ਸੁਆਮੀ ਊਚੇ ਅਪਾਰ ਬੇਅੰਤ ਸੁਆਮੀ ਜੀ ਕੌਣ ਜਾਣੇ ਗੁਣ ਤੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਕੌਣ ਜਾਣੇ ਗੁਣ ਤੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਗਾਵਤ ਉਦਰੇ ਸੁਣਤ ਪੀ ਉਦਰੇ ਗਾਵਤ ਉਦਰੇ ਸੁਣਤ ਪੀ ਉਦਰੇ ਗਾਵਤ ਉਦਰੇ ਸੁਣਤੇ ਪੀ ਉਦਰੇ ਗਾਵਤ ਉਦਰੇ ਸੁਣਤੇ ਪੀ ਉਦਰੇ ਓ ਬਿਨ ਸੇ ਪਾਪ ਕਣੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਬਿਨ ਸੇ ਪਾਪ ਕਣੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਪਸ਼ੂ ਪਰੇਤ ਮੁਗਧ ਕੋ ਤਾਰੀ 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 ਜੀ ਪਾਹਣ ਪਾਰਿਓ ਤਾਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਪਾਹਣ ਪਾਰਿ ਉਤਾਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਨਾਨਕ ਦਾਸ ਤੇਰੀ ਸ਼ਰਨਾਈ ਨਾਨਕ ਦਾਸ ਤੇਰੀ ਸ਼ਰਨਾਈ ਨਾਨਕ ਦਾਸ ਤੇਰੀ ਸ਼ਰਨਾਈ ਨਾਨਕ ਦਾਸ ਤੇਰੀ ਸ਼ਰਨਾਈ ਜੀ ਸਦਾ ਸਦਾ ਬਨਹਾਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਸਦਾ ਸਦਾ ਬਲਿਹਾਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਨੀਵੀਂ ਮੇਰਾ ਮੁਰਸ਼ਿਦ ਉੱਚਾ ਮੈਂ ਉੱਚਿਆਂ ਦੇ ਸੰਗ ਲਾਈ ਸਦਕੇ ਜਾਵਾਂ ਇਹਨਾਂ ਉੱਚਿਆਂ ਤੇ ਜਿਨ੍ਹਾਂ ਨੀਵਿਆਂ ਸੰਗ ਨਿਭਾਈ ਇਹ ਉਹ ਸਥਾਨ ਏ ਜਿੱਥੇ ਬਾਬਾ ਨੰਦ ਸਿੰਘ ਜੀ ਨੇ 12 ਸਾਲ
ਆਪਣੇ ਮੁਰਸ਼ਦ ਦੇ ਹੁਕਮ ਦੇ ਵਿੱਚ ਸਖਤ ਘਾਲਣਾ ਘਾਲ ਕੇ ਧੂੜੀ ਬਣ ਕੇ ਕਮਾਈਆਂ ਕੀਤੀਆਂ ਨੇ। ਭਾਵ ਕਿ ਜਿਸ ਦਰ ਨੂੰ ਬਾਬਾ ਆਨੰਦ ਸਿੰਘ ਜੀ ਵੀ ਸਜਦੇ ਕਰਦੇ ਆ, ਮੱਥੇ ਟੇਕਦੇ ਆ। ਟਿੱਲੇ ਬਾਰੇ ਬਾਬਾ ਜੀ ਕਹਿੰਦੇ ਸੀ, ਇਹ ਜਿਹੜਾ ਬਾਬਾ ਜੀ ਦਾ ਟਿੱਲਾ ਹੈ ਨਾ, ਇਹ ਮਿੱਟੀ ਦਾ ਢੇਰ ਨਹੀਂ, ਇਹ ਕਈ ਯੁੱਗਾਂ ਦੀ ਕਮਾਈਆਂ ਦਾ ਖਜ਼ਾਨਾ ਹੈ। ਆਖੋ ਸੀ ਇਹ ਧਨ, ਇਹ ਧਨ ਦਾ ਢੇਰ ਲੱਗਿਆ ਹੋਇਆ ਹੈ। ਇਹ ਰੇਤਾ ਮਿੱਟੀ ਦਾ ਟਿੱਲਾ ਨਹੀਂ, ਇਹ ਕਮਾਈਆਂ ਦਾ ਟਿੱਲਾ ਹੈ, ਢੇਰ ਹੈ। ਜਿਨ੍ਹਾਂ ਦੇ ਦਰਸ਼ਨਾਂ ਨੂੰ ਬਾਬਾ ਜੀ ਤਰਸਦੇ ਆ, ਜਿਨ੍ਹਾਂ ਨੂੰ ਗੁਰੂ ਨਾਨਕ ਦਾ ਰੂਪ ਮੰਨ ਕੇ ਸੇਵਕ ਬਣ ਕੇ ਘਾਲਣਾ ਘਾਲੀ, ਬਾਬਾ ਹਰਨਾਮ ਸਿੰਘ ਜੀ ਨੂੰ ਕਿੰਨੇ ਕੁ ਵੱਡੇ ਆਖਾਂਗੇ, ਜਿਹੜੇ ਰਮਾਇਣ ਹੀ ਪੜ੍ਹਦੇ ਰਹਿੰਦੇ ਸੀ ਤੇ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਹੋ ਗਈ। ਬੜੀ ਘਾਲਣਾ ਘਾਲਣ ਲੱਗੇ, ਬੇਨਤੀਆਂ ਕਰਦੇ ਆ, ਰਾਮ ਜੀ ਮਿਲੋ, ਦਰਸ਼ਨ ਦਿਓ, ਮੈਨੂੰ ਭੀਲਣੀ ਜਾਣ ਕੇ ਦਰਸ਼ਨ ਦੇ ਦਿਓ। ਕੁਝ ਵੀ ਸਮਝ ਕੇ ਕੋਈ ਹੈ ਜਿਹੜਾ ਮੈਨੂੰ ਰਾਮ ਨਾਲ ਮਿਲਾ ਦੇਵੇ। ਸੰਤ ਰਾਮ ਸਿੰਘ ਜੀ ਮਲੂਕੇ ਵਾਲਿਆਂ ਨੂੰ ਬਾਬਾ ਹਰਨਾਮ ਸਿੰਘ ਜੀ ਨੇ ਸ਼੍ਰੀ ਰਾਮਚੰਦਰ ਜੀ ਮਹਾਰਾਜ ਜੀ ਦੇ ਪ੍ਰਗਟ ਦਰਸ਼ਨ ਕਰਾਏ ਤੇ ਜਦ ਵੇਖਿਆ ਕਿ ਉਹ ਹੀ ਨੇ, ਆਖੋ ਸੀ ਜਿਨ੍ਹਾਂ ਨੂੰ ਮੈਂ ਰਾਮ ਰਾਮ ਕਰਕੇ ਭਾਲਦਾ, ਇਹ ਤਾਂ ਉਹ ਹੀ ਨੇ। ਅਚਿੰਤ ਰਾਮ, ਜਿੰਦੇ ਅੰਦਰ ਭਗਵਾਨ ਕ੍ਰਿਸ਼ਨ ਦੀ ਮਿਲਣ ਦੀ ਖਿੱਚ, ਕਿਤੇ ਕੋਈ ਰੂਪ ਚ ਕ੍ਰਿਸ਼ਨ ਮਿਲਦਾ ਹੈ, ਕਦੇ ਕਿਸੇ ਰੂਪ ਚ। ਜੀ ਪ੍ਰਗਟ ਕਦੋਂ ਮਿਲੋਗੇ? ਕੋਈ ਮਹਾਂਪੁਰਸ਼ ਮਿਲਾਏਗਾ। ਜਦ ਜਿੰਤ ਰਾਮ ਸ਼ਾਦੀ ਵਿਆਹ ਦੇ ਵਿੱਚ ਬਰਾਤੀ ਬਣ ਕੇ ਪਿੰਡ ਸੇਮੇ ਚ ਆਇਆ ਤੇ ਪਿੰਡ ਦੇ ਵਿੱਚ ਬਾਬਾ ਜੀ ਦੀਆਂ ਕਥਾ ਕਹਾਣੀਆਂ ਸੁਣੀਆਂ ਕਿ ਅਗੰਮੀ ਬਾਤਾਂ ਨੇ, ਇਹ ਆਪ ਹੀ ਨਿਰੰਕਾਰ ਦਾ ਸਰੂਪ ਨੇ, ਬੜਿਆਂ ਦੀਆਂ ਭਾਵਨਾਵਾਂ ਪੂਰੀਆਂ ਕੀਤੀਆਂ। ਬਹਾਲ ਦਾਸ ਸੇਵਾ ਵਿੱਚ ਰਹਿਣ ਵਾਲਾ, ਜਿਹੜਾ ਉਦਾਸੀਨ ਸੰਪਰਦਾ ਦਾ ਦੇ ਮੰਨਣ ਵਾਲਾ ਹੈ, ਸ੍ਰੀ ਚੰਦ ਮਹਾਰਾਜ ਨੂੰ ਭਗਵਾਨ ਮੰਨਣ ਵਾਲਾ, ਨਾਮ ਦੇ ਅਭਿਆਸੀ ਬਹਾਲ ਦਾਸ ਨੂੰ ਉਸੇ ਸਰੂਪ 'ਚ ਦਰਸ਼ਨ ਦਿੱਤੇ। ਉਹਨਾਂ ਕਿਹਾ ਜੀ ਮਹਾਰਾਜ ਆਦ ਅੰਤ ਤੁਸੀਂ ਆਪ ਹੀ ਹੋ। ਅਚਿੰਤ ਰਾਮ ਜਦੋਂ ਆਇਆ ਬਾਬਾ ਜੀ ਦੀ ਸੋਭਾ ਸੁਣ ਕੇ ਦਰਸ਼ਨ ਕਰਨ ਤੇ ਇੱਛਾ ਜ਼ਾਹਰ ਕੀਤੀ, ਜੀ ਮੈਨੂੰ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਾ ਦਿਓ। ਬਾਬਾ ਜੀ ਕਹਿੰਦੇ ਹੁਣ ਤਾਂ ਵਿਆਹਾਂ ਦੇ ਲੱਡੂ ਪੇੜੇ ਖਾਂਦਾ ਫਿਰਦਾ ਏ, ਜਦੋਂ ਸੇਵਕ ਬਣ ਕੇ ਆਏਗਾ ਉਦੋਂ ਦੇਖਾਂਗੇ। ਜਾ ਕੇ ਘਰੇ ਵਿਆਹ ਕੰਠਾ ਪਾਇਆ ਸੀ, ਕੜਮੀ ਪੁਸ਼ਾਕ ਪਾਈ ਸੀ, ਤਿੱਲੇ ਵਾਲੀ ਜੁੱਤੀ ਪਾਈ ਸੀ, ਉੱਚੀ ਪੱਗ ਬੰਨੀ ਸੀ, ਸਾਰੀਆਂ ਪੁਸ਼ਾਕਾਂ ਲਾ ਕੇ ਦਾਸ ਦਾ ਪਹਿਰਾਵਾ ਪਹਿਨ ਕੇ ਬਾਬਾ ਜੀ ਦੇ ਚਰਨਾਂ 'ਚ ਆ ਗਿਆ। ਘਾਲਣਾ
बाबा जी ने कराइया, बड़े जप तप कराए, सूर्य जाप का मंत्र कराया, चढ़ते सूरज तो छिपते सूरज तक टिक ला के नाम जपते रहिंदे सी। उन्हां नूं भगवान कृष्ण दे प्रतख दर्शन होए। बाबा नंद सिंह जी महाराज आए ने गुरु नानक नूं प्रगट मिलण वास्ते, ते पुच्छो वालियां ने कमाइयां करवा के एडा वड्डा विश्वास श्री गुरु ग्रंथ साहिब ते बनाता। ते बाबा नंद सिंह जी नाल गुरु नानक साहिब श्री गुरु ग्रंथ साहिब दे विच दी बचन करन लगे, प्रगट प्रसाद छकन लगे, प्रगट स्वरूप हो गए। फिर की आखांगे कि किसी नूं राम प्रतख, किसी लई कृष्ण प्रतख, किसी लई गुरु नानक प्रतख, ते बाबा जी रूमी वालियां नूं की आखांगे कि ये निरंकारी स्वरूप नहीं ते होर केड़ा स्वरूप है? आखो सी, ये केड़ा स्वरूप है? एक देवी दा भगत बचपन तो बाप ने देवी दे लड़ ला दिता। बाप दा अंतिम समा नेड़े आ गया, उन्होंने ज्ञान हो गया कि मेरा अंतिम समा है। राजस्थान दी रियासत दा, बीकानेर दी रियासत दा राजा सी। उन्हें अंतिम समय दा ज्ञान हो गया, देवी भगत सी, हिंदू धर्म दे सारे ही कर्म करदा सी। सवेरे शाम गऊशाला दे विच गऊआं दी सेवा, जख्मां दी भी हर तरह दी, राजा हो गए। पुण्य दान करदा सी, राजा हो के फिर देवी इशनान करके देवी दी पूजा करदा सी। अपने पुत्र नूं भी लाया, पुत्र भी दुर्गा दी पूजा करन लगा। 9 साल दी उम्र सी, पवित्र हिरदा सी, बच्चे मन के सच्चे। देवी प्रगट हो गई। बेटे का नाम गंगा सिंह सी, राजपूत सी। देवी ने कहा मंग। गंगा सिंह की मंगदा है? उन्हें कहा देवी मां जे मैनू देना है ते धर्म दा राज, जिथे मैं राजा भी होवां ते उत्थे मैं जोगी भी होवां, भगत भी होवां। बड़ी मुश्किल सी। भगत वड्डा राजा जनक है, गुरमुख माया विच उदासी। ए वडियाई राजे जनक दी है। इन्नी कमाई वाला कोई हो नहीं सकता। राजा भी होवे, गुरमुख भी होवे, भगत भी होवे, माया विच उदास भी होवे। जिंदे एक घड़ी दे सिमरन दे नाल सारे, जिंदे नरकां वाले पासियों लंघण दे नाल नरक ही ठंडे हो गए। हाय हाय दी थां ते शांत हो गए। भाजड़ा पै गईयां धर्मराज नूं। आखिया ऐसे संत महापुरुष आए ने, वो नरक कुंड वाले पासे गए ते सारे जीव जिहड़े हाय हाय कर ले सी, उन्हां नूं शांति मिल गई। महापुरख शांति बख्श देंदे, भगती बख्श देंदे। गुरमुखां दे दर्शन दे विच बरकत होंदी है। गुरमुखां दे शब्दां दे विच, गुरमुखां दी बाणी विच, गुरमुखां दे कीर्तन विच बख्शिश होंदी है। भाई की समाध तो आए ने संत कुलवंत सिंह जी, साडी बहुत महान हस्ती संत बाबा गुरदेव सिंह जी, जिन्हां धन बाबा ईश्वर सिंह जी तो बहुत खुशियां प्रसन्नता लईयां। उन्हां दी हजूरी सेवा करके अज भाई की समाध विच सेवा निभा रहे ने।
ਜਿਨ੍ਹਾਂ ਨੇ ਆਰਤੀ ਕੀਰਤਨ ਦੁਆਰਾ ਹਾਜ਼ਰੀ ਲਾਈ ਏ ਤੇ ਅੰਮ੍ਰਿਤ ਵਰਸ ਰਿਹਾ ਸੀ। ਇਹ ਗੁਰਮੁਖਾਂ ਨੂੰ ਵਡਿਆਈ ਹੈ, ਇਹ ਗੁਰਮੁਖਾਂ ਨੂੰ ਵਡਿਆਈ ਏ ਕਿ ਜਿਨ੍ਹਾਂ ਦੇ ਕੀਰਤਨ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਵੀ ਪ੍ਰਗਟ ਹੋ ਜਾਂਦੇ ਆ। ਆਖੋ ਸੀ ਕੀਰਤਨ ਕਰ ਕਰਕੇ ਆਤਮਾ ਨਿਰਮਲ ਹੋ ਜਾਂਦੀ ਮਹਾਂਪੁਰਸ਼ਾਂ ਕੋਲ ਰਹਿ ਰਹਿ ਕੇ। ਸੰਤ ਬਾਬਾ ਗੁਰਚਰਨ ਸਿੰਘ ਜੀ ਨਾਨਕਸਰ ਤੋਂ ਆਏ ਆ, ਬੜੀ ਪਵਿੱਤਰ ਆਤਮਾ ਹੈ। ਸਾਡਾ ਇਕੱਠਾ ਹੀ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕੋਲ ਹਾਜ਼ਰੀ ਹੋਈ ਸੀ। ਥੋੜਾ ਬਹੁਤਾ ਅੱਗੇ ਪਿੱਛੇ ਬਾਬਾ ਜੀ ਇਹਨਾਂ ਦੇ ਨਾਲ ਬਹੁਤ ਪਿਆਰ ਕਰਦੇ ਸੀ, ਆਪ ਸਿਖਾਇਆ ਕਰਦੇ ਸੀ ਵਾਜਾ ਤਬਲਾ, ਤੇ ਆਪਣੀ ਚਰਨਾਂ 'ਚ ਰੱਖਿਆ ਦਾਸ ਬਾਹਰ ਹੁੰਦਾ ਸੀ ਜ਼ਿਆਦਾ। ਅਸੀਂ ਇਕੱਠੇ ਹੀ ਬਾਬਾ ਜੀ ਦੇ ਕੋਲ ਰਹੇ, ਇਕੱਠੇ ਹੀ ਕਥਾ ਕੀਰਤਨ ਸਿੱਖਦੇ ਸੀ। ਇਹਨਾਂ ਨੇ ਵੀ ਦਰਸ਼ਨ ਦਿੱਤੇ ਆ, ਨਾਨਕਸਰ ਤੋਂ ਬਹੁਤ ਕਿਰਪਾ ਕੀਤੀ ਹੈ। ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਕਮਾਲ ਸਿੰਘ ਜੀ, ਅਸੀਂ ਵੀ ਬਾਲ ਸਿਖਾਈ ਮਿੱਤਰੀ ਆ ਬਾਬਾ ਕੁੰਦਨ ਸਿੰਘ ਜੀ ਦੇ ਕੋਲ। ਤੇ ਦਾਸ ਨੂੰ ਇਹ ਬਹੁਤ ਚਾਅ ਚੜਿਆ ਕਿ ਐਸਾ ਹੀ ਮਹਾਂਪੁਰਖਾਂ ਦਾ ਸਥਾਨ ਹੋਵੇ। ਇਹ ਸਾਰੀਆਂ ਸੰਤ ਮੰਡਲੀਆਂ ਤੇ ਮਹਾਂਪੁਰਖਾਂ ਨਾਲ ਸੋਭਦਾ ਹੈ। ਇਹ ਕਿਸੇ ਇੱਕ ਦੀ ਜਾਇਦਾਦ ਨਹੀਂ ਹੁੰਦੀ, ਇਹ ਸੰਤ ਮੰਡਲੀਆਂ ਨਾਲ ਦਰਬਾਰ ਸੋਭਦੇ ਆ। ਨਾਨਕਸਰ ਦੇ ਸਾਰੇ ਸਥਾਨਾਂ ਤੋਂ, ਹੋਰ ਸੰਪਰਦਾਵਾਂ ਦੇ ਸਾਰੇ ਜਥੇਦਾਰ, ਤਖਤਾਂ ਦੇ ਸਿੰਘ ਸਾਹਿਬ, ਇਹ ਗੁਰੂ ਨਾਨਕ ਦਾ ਘਰ ਸਭ ਦਾ ਘਰ ਹੈ। ਸਭ ਨੂੰ ਇੱਥੇ ਮਾਣ ਹੋਵੇ। ਸੰਤ ਕਰਾਲੀ ਵਾਲੇ ਸਹਿਯੋਗ ਦਿੰਦੇ ਆ। ਇਹਨਾਂ ਨੂੰ ਬਾਬਾ ਖੇਮ ਸਿੰਘ ਜੀ ਨੇ ਦਾਸ ਨੂੰ ਭੇਜਿਆ ਸੀ, ਕਹਿੰਦੇ ਕੁਰਾਲੀ ਵਾਲਾ ਆਏਗਾ ਤੇਰੇ ਪਿੱਛੇ ਭੇਜਦੇ ਆ। ਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਵੇਲੇ ਵੀ ਇਹ ਨਾਲ ਹੀ ਸੇਵਾ ਤੇ ਹੁੰਦੇ ਸੀ। ਕਬੀਰ ਪੂੰਗਰਾ ਅਲਹੋ ਰਾਮ ਕਾ ਸਭ ਗੁਰ ਪੀਰ ਹਮਾਰੇ। ਜਿੰਨੇ ਸਟੇਜ ਤੇ ਸੰਤ ਮਹਾਂਪੁਰਸ਼, ਗੁਣੀ ਗਿਆਨੀ, ਪ੍ਰਚਾਰਕ, ਰਾਗੀ ਢਾਡੀ ਬੈਠੇ ਨੇ, ਇਹਨਾਂ ਦਾ ਪਠਾਨਕੋਟ ਧੰਨਵਾਦ ਹੈ ਕਿ ਧੰਨ ਬਾਬਾ ਮਾਹਰ ਨਾਮ ਸਿੰਘ ਜੀ ਪੁੱਛੋ ਵਾਲਿਆਂ, ਬਾਬਾ ਆਨੰਦ ਸਿੰਘ ਜੀ ਦੀ ਸਾਰੀ ਇਹ ਔਲਾਦ ਹੈ। ਸਾਰਿਆਂ ਨੂੰ ਇਸ ਦਰ ਤੇ ਭਰੋਸਾ ਹੈ। ਅਸੀਂ ਕਿਸੇ ਵੀ ਬਾਬਾ ਆਨੰਦ ਸਿੰਘ ਜੀ ਤੋਂ ਭਰੋਸਾਏ ਹੋਏ ਮਹਾਂਪੁਰਸ਼ ਦੀ ਜਾਂ ਹੋਰ ਜਿਹੜੇ ਸੰਪਰਦਾਵਾਂ ਦੀ ਮਹਾਂਪੁਰਖਾਂ ਦੀ ਕਿਸੇ ਦੀ ਵੀ ਕੋਈ ਬੇਅਦਬੀ ਕਰਾਂਗੇ ਤੇ ਬਾਬਾ ਜੀ ਸਾਨੂੰ ਮਾਫ ਨਹੀਂ ਕਰਨਗੇ। ਉਹਨਾਂ ਨੇ ਕਿਹਾ ਤੈਨੂੰ ਜੋੜੇ ਝਾੜਨ ਲਈ ਮਹਾਂਪੁਰਖਾਂ ਨੇ ਬਿਠਾਇਆ ਹੈ ਕਿ ਮਹਾਂਪੁਰਖ ਬਣਨ ਵਾਸਤੇ ਬਿਠਾਇਆ। ਇਹਨਾਂ ਦੇ ਦਰਸ਼ਨ, ਇਹਨਾਂ ਦਾ ਆਉਣਾ ਬੜਾ ਮੁਬਾਰਕ। ਇਹ ਸਾਰਾ ਵਿਹੜਾ ਸੋਭਾ ਦੇ ਰਿਹਾ ਨਾ। ਤੇ ਭਵਨ ਪਵਿੱਤਰਾ ਜਾਮੈ ਸੰਤ ਵਿਸਾਰੇ, ਕਹੋ ਨਾਨਕ। ਇਹ ਭਵਨ ਪਵਿੱਤਰ ਕੀਤਾ ਮਹਾਂਪੁਰਖਾਂ ਨੇ। ਸਾਡੇ ਪਿਆਰੇ ਤੋਂ ਪਿਆਰੇ ਬਾਬਾ ਮਾਹਰ ਨਾਮ ਸਿੰਘ ਜੀ, ਉਹਨਾਂ ਤੋਂ ਵਰੋਸਾਏ ਹੋਏ ਨਾਨਕਸਰ ਵਾਲੇ ਬਾਬਾ ਆਨੰਦ ਸਿੰਘ ਜੀ, ਇੱਥੋਂ ਦੇ ਸੰਤ ਬਾਬਾ ਨਰੈਣ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਤੋਂ ਵਰੋਸਾਏ ਹੋਏ ਬਾਬਾ ਈਸ਼ਰ ਸਿੰਘ ਜੀ, ਬਾਬਾ ਨਰੈਣ ਸਿੰਘ ਜੀ ਤੋਂ ਵਰੋਸਾਏ ਹੋਏ ਬਾਬਾ ਈਸ਼ਰ ਸਿੰਘ ਜੀ, ਇੱਥੋਂ ਦੇ ਮੁੱਖ ਸੇਵਾਦਾਰ। ਬਾਬਾ ਆਨੰਦ ਸਿੰਘ ਜੀ ਤੋਂ ਮਹਾਰਾਜ ਤੋਂ ਵਰਸਾਏ ਹੋਏ ਬਾਬਾ ਖੇਮ ਸਿੰਘ ਜੀ। ਫਿਰ ਉਹਨਾਂ ਨੇ ਸੇਵਾ ਸੰਭਾਲੀ। ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰਸਾਏ ਹੋਏ ਬਾਬਾ ਕੁੰਦਨ ਸਿੰਘ ਜੀ, ਜਿਨ੍ਹਾਂ ਨੇ ਨਾਨਕਸਰ ਦੀ ਸੇਵਾ ਸੰਭਾਲ ਕੀਤੀ। ਤੇ ਦੋਨਾਂ ਮਹਾਂਪੁਰਸ਼ਾਂ ਦੀ ਬਖਸ਼ਿਸ਼ ਤੇ ਕਿਰਪਾ ਦੇ ਨਾਲ ਇਸ ਸਥਾਨ ਦੀਆਂ ਸੇਵਾਵਾਂ ਸ਼ੁਰੂ ਹੋਈਆਂ। ਤੇ ਬਾਬਾ ਜੀ ਨੇ ਆਪ ਹੀ ਦਾਸ ਦੀਆਂ ਡਿਊਟੀਆਂ ਲਾਈਆਂ ਸੀ।
ਇਸ ਸਥਾਨ ਤੇ ਕੋਟਾਨਕੋਟ ਅਸੀਂ ਆਪਣੇ ਗੁਰਦੇਵ ਗੁਰੂ ਮਹਾਂਪੁਰਸ਼ਾਂ ਦਾ ਰੋਮ ਰੋਮ ਕਰਕੇ ਉਹਨਾਂ ਨੂੰ ਯਾਦ ਕਰਦੇ ਹਾਂ। ਉਹਨਾਂ ਦੀਆਂ ਹੀ ਰਹਿਮਤਾਂ ਨੇ ਅੱਜ ਬਾਬਾ ਜੀ ਬਾਬਾ ਹਰਨਾਮ ਸਿੰਘ ਜੀ ਦੀ ਪਵਿੱਤਰ ਬਰਸੀ ਹੈ। 20-21 ਦਿਨਾਂ ਤੋਂ ਪ੍ਰੋਗਰਾਮ ਚੱਲ ਰਹੇ ਨੇ। ਪਿਛਲੇ ਸਾਲ ਕੁਝ ਜਪ ਤਪ ਘੱਟ ਹੋਇਆ ਸੀ। ਦਾਸ ਨੂੰ ਬੜੀ ਦੁੱਖ ਚਿੰਤਾ ਹੋਈ ਤੇ ਮੈਂ ਕਿਹਾ ਵੀ ਇਹ ਤਾਂ ਘਟਦਾ ਜਾ ਰਿਹਾ, ਇਹ ਜਪ ਤਪ ਵਧਣਾ ਚਾਹੀਦਾ। ਤੇ ਬਾਬਾ ਜੀ ਨੂੰ ਅਰਦਾਸ ਕੀਤੀ, ਜੀ ਹੁਣ ਸਾਡੇ ਤੋਂ ਤਾਂ ਨਹੀਂ ਜਪਿਆ ਜਾਂਦਾ। ਸੰਗਤਾਂ ਨੇ ਸਿਮਰਨ ਘਟਾ ਦਿੱਤਾ ਹੈ। ਅਸੀਂ ਬਹੁਤ ਹੋਕਾ ਦਿੰਦੇ ਹਾਂ, ਕੋਈ ਸੁਣਦਾ ਨਹੀਂ। ਹੁਣ ਤੁਸੀਂ ਥੋੜ੍ਹੀ ਜਿਹੀ ਕੋਈ ਕਲਾ ਵਰਤਾਓ, ਸਾਰੇ ਜਾਪ ਕਰਨ। ਐਗਤੀ ਥੋੜ੍ਹਾ ਜਿਹਾ ਉਹਨਾਂ ਨੇ ਕਰੋਨਾ ਦਾ ਕਰੰਟ ਛੱਡਿਆ ਤੇ 1.5 ਕਰੋੜ ਜਾਪ ਵੱਧ ਗਿਆ। ਮੈਂ ਕਿਹਾ ਵੀ ਕੰਮ ਤਾਂ ਥੋੜ੍ਹਾ ਜਿਹਾ ਗੜਬੜੀ ਹੋ ਗਿਆ ਇਹ ਕਰੋਨਾ ਦੇ ਨਾਲ। ਪਰ ਬਾਬਾ ਹਰਨਾਮ ਸਿੰਘ ਦੇ ਸਥਾਨ ਤੇ ਕਰੋਨਾ ਵੜਿਆ ਹੀ ਨਹੀਂ। ਪੂਰੇ ਯੁੱਧ ਦੇ ਵਿੱਚ, ਕਰੋਨਾ ਦੇ ਯੁੱਧ ਦੇ ਵਿੱਚ, ਜਿੱਥੇ 2 ਵੀ ਨਹੀਂ ਇਕੱਠੇ ਹੁੰਦੇ ਸੀ, ਉੱਥੇ 20-20, 30-30 ਮਹਾਂਸੰਪੜ ਪਾਠ ਗੁਰਮੁਖ ਪਿਆਰੇ ਕਰ ਰਹੇ ਸਨ। ਤੇ ਮਹਾਂਸੰਪੜ ਪਾਠ ਹੀ ਚੱਲਦੇ ਗਏ ਸਭ ਥਾਵਾਂ ਤੇ। ਜਿਹੜੇ ਬਾਬਾ ਆਨੰਦ ਸਿੰਘ ਦੀ ਬਰਸੀ ਤੱਕ ਹੋਏ ਸੀ, ਉਹ 170 ਮਹਾਂਸੰਪੜ ਪਾਠ ਹੋਏ ਸਨ। ਬਾਬਾ ਆਨੰਦ ਸਿੰਘ ਜੀ ਬਰਸੀ ਤੋਂ ਲੈ ਕੇ ਹੁਣ ਤੱਕ 108 ਮਹਾਂਸੰਪੜ ਪਾਠ, ਅਖੰਡ ਪਾਠ, ਸਹਿਜ ਪਾਠ, ਮੂਲ ਮੰਤਰ ਦੇ ਜਾਪ। ਕੁਝ ਹੋਇਆ ਕਿ ਬਾਬਾ ਜੀ ਤੁਸੀਂ ਬੜੀ ਕਿਰਪਾ ਕੀਤੀ ਹੈ। ਹੁਣ ਤੁਸੀਂ ਦੱਸੋ ਵੀ ਆਪਾਂ ਜਿਹੜਾ ਸਿਮਰਨ ਇਹ ਕਿਸੇ ਕਰੋਨਾ ਵਰਗੀ ਬਿਮਾਰੀ ਦੇ ਨਾਲ ਕਰਨਾ ਹੈ ਕਿ ਸੁੱਖ ਸ਼ਾਂਤੀ ਨਾਲ ਕਰਨਾ ਹੈ? ਜੇ ਆਪਾਂ ਉਹਦੇ ਤੋਂ ਬਚਣਾ ਹੈ ਨਾ ਤੇ ਆਪਾਂ ਜ਼ਰੂਰ ਕਰੀਏ। ਉਹਨਾਂ ਨੇ ਥੋੜ੍ਹਾ ਜਿਹਾ ਹੀ ਝਟਕਾ ਲਾਇਆ। ਪਿਛਲੀ ਵਾਰੀ ਬੜਾ ਦੁੱਖ ਸੀ ਮਨ ਨੂੰ ਕਿ ਬਾਬਾ ਜੀ ਹੁਣ ਤੁਸੀਂ, ਜਿਵੇਂ ਸੰਤ ਸੁਜਾਨ ਸਿੰਘ ਜੀ ਮਹਾਰਾਜ ਕਹਿੰਦੇ ਸੀ, ਬਾਬਾ ਜੀ ਹੁਣ ਜਿਵੇਂ ਤੁਸੀਂ ਕਰਾ ਸਕਦੇ ਜੀ ਉਵੇਂ ਕਰਾਓ। ਕੁੱਟ ਕੇ, ਮਾਰ ਕੇ, ਦੁੱਖ ਦੇ ਕੇ, ਸੁੱਖ ਦੇ ਕੇ, ਕੋਈ ਰੋਗ ਦੇ ਕੇ ਮੈਨੂੰ ਮੇਰੇ ਤੋਂ ਨਾਮ ਜਪਾ ਲਓ। ਉਹਨਾਂ ਨੇ ਐਸਾ ਕੀਰਤਨ ਵਿੱਚ ਉਹ ਕਹਿ ਰਹੇ ਨੇ, ਐਸੇ ਵਿਰਾਗ 'ਚ ਕਹਿ ਰਹੇ ਨੇ, ਜੇ ਸੁਖ ਦੇਹ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਹ ਤਾਈ ਤਿਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਤੇ ਜ਼ਰੂਰ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਇਹ ਅਜੇ ਥੋੜ੍ਹਾ ਜਿਹਾ ਕਾਲਾ ਮਾਲਾ ਹੁੰਦਾ ਹੈ। ਉਹ ਇਸ ਤਰੀਕੇ ਹੁੰਦਾ ਹੈ ਕਿ ਸਾਨੂੰ ਆਪ ਦਾ ਨਿਤਨੇਮ ਪੂਰਾ ਕਰਕੇ ਉਸ ਤੋਂ ਉੱਪਰ ਵਾਲਾ ਲਿਖਾਉਣਾ ਚਾਹੀਦਾ। ਤੇ ਅਸੀਂ ਜਿਹੜਾ ਨਿਤਨੇਮ ਕਰਦੇ ਹਾਂ ਸਾਰੇ ਦਾ ਸਾਰਾ ਹੀ ਲਿਖਾ ਦਿੰਦੇ ਵੀ ਸਾਡੀ ਲਿਸਟ ਵੱਡੀ ਹੋ ਜਾਵੇ। ਇਹ ਆਪ ਦਾ ਤਾਂ ਸਾਡਾ ਕਿਰਾਇਆ ਹੈ, ਖਰਚੇ। ਇਹ ਅਸੀਂ ਆਪਣੇ ਵਾਸਤੇ ਕਰਨਾ ਹੈ। ਬਾਬਾ ਜੀ ਕਹਿੰਦੇ ਸੀ ਵਿਹੰਗਮ ਨੇ ਕਰਨਾ ਹੈ। ਪਾਠੀ ਸਿੰਘ ਭਾਵੇਂ 8 ਘੰਟੇ 6 ਘੰਟੇ ਲਾਉਂਦਾ, ਉਹਨੇ ਕਰਨਾ ਹੈ। ਵਿਹੰਗਮ ਭਾਵੇਂ ਕਿੰਨੇ ਘੰਟੇ ਕੀਰਤਨ ਕਰਦਾ, ਨਿਤਨੇਮ ਕਰਨਾ ਹੈ। ਕਿਸੇ ਨੂੰ ਵੀ ਛੋਟ ਨਹੀਂ। ਸਭ ਨੂੰ ਨਿਤਨੇਮ ਕਰਨ ਦਾ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ। ਹਰ ਸਿੱਖ ਨੂੰ ਇੱਕ ਸ਼ਕਤੀ ਹੈ। ਬੜੇ ਮਹਾਂਪੁਰਸ਼ ਦਾਸ ਨੂੰ ਜੀਵਨ 'ਚ ਮਿਲੇ, ਜਿਹੜੇ ਬਾਣੀ ਦੇ ਹੀ ਜਾਪ ਕਰਦੇ ਰਹਿੰਦੇ ਸੀ, ਸੁਣਦੇ ਰਹਿੰਦੇ ਸੀ। 5 ਗ੍ਰੰਥੀ ਪੋਥੀ ਪੜ੍ਹ ਕੇ ਮੂੰਹ ਨੂੰ ਪਾਣੀ ਲਾਉਂਦੇ ਸੀ। ਵਿਵੇਕੀ ਸੀ। ਆਪਣੇ ਟਕਸਾਲ ਦੇ ਵਿੱਚ ਬੜੇ ਨੇ ਮਹਾਂਪੁਰਖ। ਨਿਹੰਗ ਸਿੰਘਾਂ ਵਿੱਚ ਬਹੁਤ ਨੇ ਜਿਹੜੇ ਵਿਵੇਕ ਰੱਖਦੇ ਆ, ਨਾਲ ਨਿਤਨੇਮ ਸਿਮਰਨ ਪੂਰਾ ਕਰਦੇ ਆ। ਆਪਣੇ ਥੋੜ੍ਹੀ ਜਿਹੀ ਢਿੱਲੇ, ਇਸ ਕਰਕੇ ਸਾਰੀਆਂ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਪਾਠ ਕਰਕੇ, ਜਪਜੀ ਸਾਹਿਬ ਦੇ ਪਾਠ ਕਰਕੇ, ਆਪਦਾ ਨਿਤਨੇਮ, ਅੰਮ੍ਰਿਤ ਵੇਲੇ ਦਾ ਰਹਿ ਰਾਸ ਕੀਰਤਨ ਸੋਲਾ, ਇਹ ਸਾਰਾ ਕਰੋ। ਨਾਲ ਸੁਖਮਨੀ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ ਕਰੋ ਤੇ ਇੱਥੇ ਲਿਖਾਓ ਬਾਬਾ ਜੀ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਕੇ। ਆਪਾਂ ਨੂੰ ਬਾਬਾ ਜੀ ਕਹਿੰਦੇ ਸੀ ਇਹਦੀ ਵਿਆਜ ਮਿਲਦੀ ਰਹੇਗੀ।
ਅੱਜ ਜੇ ਗੁਰੂ ਨੇ ਸਾਨੂੰ ਮਹਾਂਪੁਰਸ਼ ਮਿਲਾਤੇ, ਚੰਗਾ ਗੁਰਸਿੱਖਾਂ ਦਾ ਘਰ ਮਿਲ ਗਿਆ ਹੈ, ਸਾਨੂੰ ਨਾਮ ਜਪਣ ਦੇ ਸੇਵਾ ਕਰਨ ਦਾ ਸੁਖਾਲਾ ਰਸਤਾ ਲੱਭ ਗਿਆ ਹੈ, ਗਾਂ ਪਤਾ ਨਹੀਂ ਕੀ ਹੋਣਾ ਅਗਲੇ ਜਨਮ। ਤੇ ਜੇ ਇਹ ਪੂੰਜੀ ਜਮ੍ਹਾਂ ਕੀਤੀ ਹੋਏਗੀ ਤੇ ਉੱਥੇ ਫਿਰ ਕੰਮ ਆਏਗੀ ਸਾਡੇ। ਖਰਚ ਬਣ ਚੰਗਿਆਈਆਂ ਮਤ ਮਨ ਜਾਣੇ ਕੱਲ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਏ ਮਹਾਲ। ਤੇ ਸੰਗਤਾਂ ਜ਼ਰੂਰ ਬਾਬਾ ਜੀ ਦੇ 1 ਕਰੋੜ ਤੋਂ ਵੱਧ ਜਾਪ ਵਧਿਆ ਹੈ, ਇਹਦੀਆਂ ਵਧਾਈਆਂ। ਇਹ ਬਾਬਾ ਜੀ ਨੇ ਆਪ ਆਪਣੀ ਸ਼ਕਤੀ ਨਾਲ ਕਰਾਇਆ ਹੈ। ਮਾਂ ਸੰਪੜ ਪਾਠ ਵੀ ਵੱਧ ਗਏ, ਹੋਰ ਵੀ ਜਪ ਤਪ ਵਧਿਆ ਹੈ। ਬਾਬਾ ਜੀ ਨੇ ਇਹ ਕਰਾਇਆ ਤਾਂ ਆਪ ਹੀ ਹੈ। ਥੋੜ੍ਹੇ ਜਿਹੇ ਵਿੱਚ ਡੰਡੇ ਦੀ ਵੀ ਵਰਤੋਂ ਕੀਤੀ। ਕਹਿੰਦੇ ਨੇ ਚਾਰ ਵੇਦ ਦਰਗਾਹ ਵਿੱਚੋਂ ਆਏ ਆ ਮਨੁੱਖ ਨੂੰ ਸਮਝਾਉਣ ਵਾਸਤੇ। ਤੇ ਕਹਿੰਦੇ 4 ਵੇਦ ਦਰਗਾਹ ਵਿੱਚੋਂ ਆਏ ਨੇ ਤੇ 5ਵਾਂ ਆਇਆ ਡੰਡਾ। ਜਿਹੜਾ ਵੇਦਾਂ ਦੀ ਨਹੀਂ ਮੰਨੇਗਾ ਉਹਦਾ ਡੰਡਾ ਕੱਢੇਗਾ ਕੰਡਾ। ਉਹ ਵੇਦ ਸਮਝਾਉਂਦੇ ਆ। 1.5 ਅਰਬ ਪਾਠ ਵੱਧ ਹੋਇਆ। ਮੈਂ 1.5 ਕਰੋੜ ਕਿਹਾ ਸੀ। ਠੀਕ ਹੈ, 1.5 ਅਰਬ ਦੱਸ ਦਿਆ ਕਰੋ ਵਿੱਚ ਭੂਲ ਚੂਕ ਜਿਹੜੀ ਹੋਵੇ। ਤੇ 1.5 ਅਰਬ ਜਾਪ ਜਿਹੜਾ ਸੰਗਤਾਂ ਨੇ ਵੱਧ ਕੀਤਾ ਹੈ, ਬਾਬਾ ਜੀ ਨੇ ਕਰਵਾਇਆ ਹੈ। ਪਰ ਬਾਬਾ ਜੀ ਨੂੰ ਹੁਣ ਬੇਨਤੀ ਕਰਦੇ ਆ ਜੀ, ਆਪਣੀ ਮਿਹਰ ਕਰਕੇ ਕਰਾਓ, ਕਿਰਪਾ ਕਰਕੇ। ਸਭ ਦੇ ਕਾਰੋਬਾਰ ਚੱਲਣ ਤੇ ਸਭ ਦੇ ਰਸਤੇ ਸਾਫ਼ ਹੋਣ ਤੇ ਆਪਦੇ ਸਿੱਖ ਪੰਥ ਦੀ ਵਾਂਗ ਡੋਰ ਆਪ ਸੰਭਾਲੋ। ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਈ। ਇੱਧਰ ਸਰਕਾਰਾਂ ਵੀ ਵਾਰ-ਵਾਰ ਟੱਕਰਾਂ ਲੈਂਦੀਆਂ ਨੇ, ਕਿਉਂਕਿ ਆਪਣੀ ਗਿਣਤੀ ਥੋੜ੍ਹੀ ਹੈ, ਪਰ ਆਪਣੇ ਨਾਲ ਸ਼ਕਤੀ ਬਹੁਤ ਵੱਡੀ ਹੈ। ਆ ਛੋਟੀ ਜੀ ਗੱਲ ਪੰਜਾਬ ਤੋਂ ਉੱਠੀ ਕਿਸਾਨਾਂ ਦੀ, ਪਰ ਝੁਕ ਗਏ ਅੱਗੇ ਸਾਰੇ। ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਬਣਾਇਆ ਨਹੀਂ ਝੁਕੇਗਾ, ਦੁਨੀਆ ਝੁਕ ਜਾਏਗੀ। ਸਭ ਪਾਸੇ ਦੁਨੀਆ ਰਾਜੇ ਮਹਾਰਾਜੇ ਝੁਕ ਜਾਣਗੇ। ਇਹ ਕੁਰਬਾਨੀਆਂ ਕਰ ਕਰਕੇ, ਸ਼ਹੀਦੀਆਂ ਪਾ ਪਾ ਕੇ ਇਹ ਖਾਲਸਾ ਬਣਿਆ। ਇਹਨੂੰ ਕੋਈ ਝੁਕਾਉਣ ਵਾਲਾ ਨਹੀਂ। ਤੇ ਸਾਧ ਸੰਗਤ ਸਾਰੀ ਨੂੰ ਬੇਨਤੀ ਕਿ ਇਹ ਟਾਈਮ ਤਾਂ ਅਸੀਂ ਬਾਅਦ ਵਿੱਚ ਵੀ ਲਾਉਣਾ, ਸਾਰਿਆਂ ਨੇ ਲਾਉਣਾ। ਤੇ ਉਸ ਸਮੇਂ ਤੁਹਾਡੇ ਤੋਂ ਸਾਰਿਆਂ ਤੋਂ ਹੱਥ ਖੜੇ ਕਰਕੇ ਦਰਗਾਹੀ ਪ੍ਰਸ਼ਾਦ ਵੰਡ ਕੇ ਸਭ ਦਾ ਹੁੰਗਾਰਾ ਲਵਾਂਗੇ ਕਿ ਬਾਬਾ ਜੀ ਤੁਹਾਡੀ ਕਿਰਪਾ ਦੇ ਨਾਲ ਅਸੀਂ ਆਉਣ ਵਾਲੀ ਬਰਸੀ ਤੇ ਇਸ ਤੋਂ ਵੀ ਵੱਧ ਜਪ ਤਪ ਕਰਕੇ ਕਰਵਾ ਕੇ ਸੰਗਤਾਂ ਤੋਂ ਲੈ ਕੇ ਆਵਾਂਗੇ। ਹੁਣ ਆਏ ਹੋਏ ਮਹਾਂਪੁਰਸ਼ ਗੁਣੀ ਗਿਆਨੀ ਪ੍ਰਚਾਰਕ ਸਾਰੇ ਸਮਾਂ ਲਾਉਣਗੇ। ਦਾਸ ਇਹੀ ਬੇਨਤੀ ਕਰ ਰਿਹਾ ਸੀ ਸੰਗਤਾਂ ਦੇ ਵਿੱਚ ਕਿ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੀ ਬਹੁਤ ਵੱਡੀ ਸ਼ਕਤੀ ਹੈ। ਜਿਸ ਥਾਂ ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਵੀ ਜਿੱਥੇ ਮੱਥਾ ਟੇਕ ਕੇ ਹੁਕਮ ਮੰਨਦੇ ਆ, ਜਿੰਦਾ ਸਜਦਾ ਕਰਦੇ ਆ, ਤੇ ਅਸੀਂ ਬਾਬਾ ਜੀ ਤੋਂ ਵਰਸਾਏ ਹੋਏ ਆ। ਸਾਡੇ ਪਿਓ ਦਾਦੇ ਦਾ ਘਰ ਹੈ ਤੇ ਅਸੀਂ ਸਾਰਿਆਂ ਗੁਰਮੁਖਾਂ ਨੇ, ਮਹਾਂਪੁਰਖਾਂ ਨੇ, ਕੋਈ ਵੀ ਆਵੇ ਦਾਸ ਤੋਂ ਨਾ ਸਤਿਕਾਰ ਹੋ ਸਕੇ ਤੇ ਮਾਫੀ ਦੇ ਦੇਣੀ। ਪਰ ਜ਼ਰੂਰ ਬਾਬਾ ਜੀ ਦੇ ਸਮਾਗਮਾਂ 'ਚ ਅੱਗੇ ਪਿੱਛੇ ਵੀ ਇਹ ਤੁਹਾਡੇ ਨਾਲ ਹੀ ਕਾਰਜ ਸਾਰਾ ਸੋਹਣਾ ਹੈ। ਸਾਰੀਆਂ ਸੰਗਤਾਂ ਦੇ ਨਾਲ, ਸਾਰੇ ਮਹਾਂਪੁਰਸ਼ਾਂ ਨਾਲ, ਸਾਰਿਆਂ ਦੇ ਨਾਲ ਹੀ ਇਸ ਸਥਾਨ ਦੀ ਸੋਭਾ ਹੈ। ਬਾਬਾ ਜੀ ਆਪਣੀਆਂ ਸੇਵਾਵਾਂ ਆਪ ਕਰਵਾ ਰਹੇ ਨੇ। ਮਹਿਲ ਬਾਬਾ ਜੀ ਦੇ ਤਿਆਰ ਹੋ ਰਹੇ ਨੇ। ਜਿਵੇਂ ਬਾਬਾ ਜੀ ਸੰਗਤਾਂ ਨੂੰ ਉਤਸ਼ਾਹ ਬਲ ਬਖਸ਼ਦੇ ਆ, ਸਾਰੀਆਂ ਸੇਵਾ ਚੱਲ ਰਹੀਆਂ ਨੇ। ਬਾਬਾ ਜੀ ਆਪਣੇ ਬਲ ਤੇ ਸ਼ਕਤੀ ਨਾਲ ਕਰਾ ਰਹੇ ਨੇ। ਸੰਗਤਾਂ ਵੱਧ ਤੋਂ ਵੱਧ ਤਨ ਮਨ ਨਾਲ ਸੇਵਾ ਕਰੋ। ਜਿੰਨਾ ਵੀ ਸਮਾਂ ਨਿਕਲੇ ਟੋਕਰੇ ਚੱਕੋ, ਇੱਟਾਂ ਢੋਵੋ ਬਾਬਾ ਜੀ ਦੇ ਘਰ ਵਿੱਚ, ਭਾਂਡੇ ਮਾਂਜੋ, ਝਾੜੂ ਲਾਵੋ,
ਇਹ ਬਹੁਤ ਵੱਡੀ ਸੇਵਾ ਹੈ ਤੇ ਨਾਲ ਜਪੋ ਨਾਮ। ਇੰਨੀ ਵੱਡੀ ਸੇਵਾ ਹੈ ਕਿ ਦੁਨੀਆ ਦਾ ਰਾਜ ਵੀ ਮਿਲੇ ਉਹ ਨਾ ਲਈਏ, ਇਹੋ ਜੀ ਸੇਵਾ ਝੋਲੀ 'ਚ ਪਵਾਈਏ। ਜੋ ਸੁਖਮ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਅਗਲਾ ਪ੍ਰੋਗਰਾਮ ਸੰਤ ਬਲਵਿੰਦਰ ਸਿੰਘ ਜੀ ਕੁਰਾਲੀ ਵਾਲੇ, ਉਹ ਸਾਰਿਆਂ ਨੂੰ ਅਗਲਾ ਪ੍ਰੋਗਰਾਮ ਦੱਸਣਗੇ। ਸਾਰੇ ਜਥਿਆਂ ਨੂੰ ਸਮਾਂ ਦੇਣਗੇ ਵੰਡ ਕੇ। ਤਕਰੀਬਨ 1:30 ਵਜੇ ਤਾਈਂ ਸਾਰਿਆਂ ਜਥਿਆਂ ਦਾ ਸਮਾਂ ਹੈ। ਕੀ ਟਾਈਮ ਹੋ ਗਿਆ ਹੁਣ? ਹਾਂ, 10:15 ਦਾ ਸਮਾਂ ਹੈ ਤੇ 3 ਕੁ, ਹਾਂਜੀ ਜ਼ਿਆਦਾ 5 ਘੰਟੇ, 10 ਤੇ 3 5 ਆਪਣੇ 1:30 ਵਜੇ ਤੱਕ। 3-4 ਘੰਟਿਆਂ ਦਾ ਸਮਾਂ ਹੈਗਾ। 1:30 ਵਜੇ ਤਾਈਂ ਸਾਰਿਆਂ ਨੇ ਹਾਜ਼ਰੀ ਭਰਨੀ ਤੇ ਜਿਵੇਂ ਜਿਵੇਂ 10-10 20-20 ਮਿੰਟ ਸਮਾਂ ਮਿਲੇ ਸਾਰੇ ਜਿੱਥੇ ਸਮਾਂ ਲਾਉਣਗੇ। ਹੁਣ सारी संगत गज वर के फतेह। सतनाम श्री वाहे गुरु साहिब